ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਹੈ ਉਪਿੰਦਰਜੀਤ ਸਿੰਘ ਮੱਲੀ। ਤੁਸੀਂ ਦੇਖ ਰਹੇ ਹੋ KH ਪ੍ਰੈਸ ਦੀ ਆਫੀਸ਼ੀਅਲ ਕਵਰੇਜ। ਅੱਜ ਮੇਰੇ ਨਾਲ ਮੌਜੂਦ ਨੇ ਹਰਜੋਤ ਸਿੰਘ ਜੀ। ਅਸੀਂ ਅੱਜ ਪਹੁੰਚੇ ਹੋਏ ਹਾਂ ਗਲੈਨਵੁੱਡ ਪਾਰਕ ਦੇ ਸਿੱਖ ਐਨਜ਼ੈਕ ਵਾਰ ਮੈਮੋਰੀਅਲ ਤੇ, ਜਿੱਥੇ ਕਿ ਇੱਕ ਅਣਪਛਾਤੇ ਸਿੱਖ ਸੋਲਜਰ ਦਾ ਸਟੈਚੂ ਲਾਇਆ ਗਿਆ। ਆਓ ਉਹਨਾਂ ਬਾਰੇ ਹੋਰ ਜਾਣਕਾਰੀ ਲੈਣੀ ਹੈ ਹਰਜੋਤ ਸਿੰਘ ਜੀ ਕੋਲੋਂ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ ਐਡੀ। ਦੋਸਤੋ, ਅੱਜ ਅਸੀਂ ਆਏ ਹਾਂ ਗਲੈਨਵੁੱਡ ਲੇਕ ਪਾਰਕ ਵਿੱਚ, ਜਿੱਥੇ ਕਿ ਸਿੱਖ ਸੋਲਜਰ ਦਾ ਸਟੈਚੂ ਲਗਾਇਆ ਗਿਆ ਹੈ ਤੇ ਬੜੇ ਹੀ ਇਮੋਸ਼ਨਲ ਮੂਵਮੈਂਟ ਹੈ ਜੀ ਸਾਡੇ ਸਾਰਿਆਂ ਵਾਸਤੇ। ਤੇ ਇਹ ਸਟੈਚੂ ਰਿਜ਼ੈਂਬਲ ਕਰਦਾ ਹੈਗਾ ਸਿੱਖ ਸੋਲਜਰਸ ਨੂੰ, ਜਿਨ੍ਹਾਂ ਨੇ ਵਰਲਡ ਵਾਰ 1, ਵਰਲਡ ਵਾਰ 2 ਤੇ ਅਨੇਕਾਂ ਯੁੱਧਾਂ ਵਿੱਚ ਇੱਕ ਅਹਿਮ ਕੰਟਰੀਬਿਊਸ਼ਨ ਨਿਭਾਈ ਹੈ। ਤੇ ਸ਼ਾਇਦ ਅਸੀਂ ਉਹਨਾਂ ਦਾ ਬਣਦਾ ਮਾਣ ਸਤਿਕਾਰ ਉਹਨਾਂ ਨੂੰ ਨਹੀਂ ਦੇ ਪਾਏ, ਤੇ ਅੱਜ ਅਸੀਂ ਇਹਨਾਂ ਨੂੰ ਰਿਸਪੈਕਟ ਪੇ ਕਰਨ ਆਏ ਹਾਂ। ਤੇ ਅਸੀਂ ਚਾਹੁੰਦੇ ਹਾਂ ਸਾਡੀ ਯੰਗਰ ਜਨਰੇਸ਼ਨ ਵੀ ਇਹਦੇ ਬਾਰੇ ਜਾਣੂ ਹੋਵੇ, ਉਹ ਵੀ ਇੱਕ ਚੰਗੀ ਸਿੱਖਿਆ ਲਵੇ ਤੇ ਇਹ ਗੁਰੂ ਸਾਹਿਬ ਦੇ ਚਲੇ ਮਾਰਗ ਤੇ ਸਾਰੇ ਤੁਰਨ। ਹਾਂਜੀ ਦੋਸਤੋ, ਜੇ ਗੱਲ ਕਰੀਏ ਸ਼ੌਂਕਾਂ ਦੀ, ਦੁਨੀਆ ਦੇ ਹਰ ਕੋਈ ਬੰਦਾ ਕੋਸ਼ਿਸ਼ ਕਰਦਾ ਵੀ ਆਪਣੇ ਸ਼ੌਂਕ ਸਾਰੇ ਇੱਥੇ ਦੁਨੀਆ ਤੇ ਰਹਿੰਦੇ ਸਹਿੰਦੇ ਹੀ ਪੁਗਾ ਲਏ ਜਾਣ, ਕਿਉਂਕਿ ਸਿਆਣੇ ਕਹਿੰਦੇ ਨੇ ਸ਼ੌਂਕ ਜਵਾਨੀ 'ਚ ਪੁਗਾ ਲੈਣੇ ਚਾਹੀਦੇ, ਕਿਉਂਕਿ ਬੁਢਾਪੇ ਵੇਲੇ ਸ਼ੌਂਕ ਫਿਰ ਤੰਗ ਕਰਦੇ ਨੇ। ਪਰ ਦੁਨੀਆ 'ਚ ਬਹੁਤ ਹੀ ਘੱਟ ਐਸੇ ਇਨਸਾਨ ਹੁੰਦੇ ਨੇ ਜਿਹੜੇ ਆਪਣੇ ਸ਼ੌਂਕ ਦੇ ਨਾਲ ਨਾਲ ਥੋੜ੍ਹਾ ਕਮਿਊਨਿਟੀ ਵਰਕ ਵੀ ਕਰਦੇ ਨੇ, ਸਮਾਜ ਨੂੰ ਕਿ ਚੰਗੀ ਸੇਧ ਦਿੰਦੇ ਨੇ। ਇੱਦਾਂ ਦੇ ਇੱਕ ਗਰੁੱਪ ਨਾਲ ਤੁਹਾਨੂੰ ਅੱਜ ਇੰਟਰੋਡਿਊਸ ਕਰਾਂਗੇ। ਮੈਂ ਕਹੂੰਗਾ ਗਰੁੱਪ ਨਹੀਂ, ਇੱਕ ਕਲੱਬ ਹੈ, ਸਿੰਘ ਮੋਟਰਸਾਈਕਲ ਕਲੱਬ ਸਿਡਨੀ, ਜਿਨ੍ਹਾਂ ਵੀ ਕੋਈ ਵੀ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਹਨ। ਉਹਨਾਂ ਦੇ ਫਾਊਂਡਰ ਤੇ ਕਲੱਬ ਦੇ ਪ੍ਰੈਜ਼ੀਡੈਂਟ ਮੇਰੇ ਨਾਲ ਅੱਜ ਮੌਜੂਦ ਨੇ, ਮਿਸਟਰ ਮਵਲੀਨ ਸਿੰਘ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਕਲੱਬ ਦੇ ਬਾਰੇ ਇਨਫੋਰਮੇਸ਼ਨ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਜੀ ਬਹੁਤ ਧੰਨਵਾਦ KH ਬ੍ਰਦਰਸ ਪ੍ਰੋਡਕਸ਼ਨਸ ਦਾ। ਬਸ ਇੱਕ ਚੀਜ਼ ਮੈਂ ਚੇਂਜ ਕਰਨਾ ਚਾਹਾਂਗਾ, ਸਾਡੇ ਕਲੱਬ 'ਚ ਪ੍ਰੈਜ਼ੀਡੈਂਸ਼ੀਅਲ ਪਾਲਿਸੀ ਨਹੀਂ ਹੈ ਤੇ ਮੈਂ ਪ੍ਰੈਜ਼ੀਡੈਂਟ ਨਹੀਂ ਹਾਂ, ਮੈਂ ਇੱਕ ਕਮੇਟੀ ਮੈਂਬਰ ਹਾਂ। ਇੱਦਾਂ ਹੀ ਸਾਡੇ 5 ਕਮੇਟੀ ਮੈਂਬਰਸ ਆ ਤੇ ਹਰ ਸਾਲ ਅਪਰੋਕਸੀਮੇਟਲੀ 2 ਸਾਲ ਬਾਅਦ ਕਮੇਟੀ ਮੈਂਬਰਸ ਚੇਂਜ ਹੁੰਦੇ ਆ, ਇਲੈਕਸ਼ਨ ਹੁੰਦੇ ਆ, ਵੋਟਿੰਗ ਹੁੰਦੀ ਆ, ਜਾਂ ਇਨਫੈਕਟ ਸਿਲੈਕਸ਼ਨ ਪ੍ਰੋਸੈਸ ਹੁੰਦਾ। ਇੱਕ ਸਰਦਾਰ ਬੰਦੇ ਨਾਲ ਗੱਲ ਕਰਦੇ ਹੋਏ ਤੇ ਜਕਾਰੇ ਤੋਂ ਬਿਨਾਂ ਗੱਲਬਾਤ ਸ਼ੁਰੂ ਕਰ ਜਾ, ਮੈਂ ਇਸ ਕਰਕੇ ਅਪੋਲੋਜੀ ਕਰਨਾ। ਆਓ ਗੱਜ ਵੱਜ ਕੇ ਸਾਰੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਵਲੀਨ ਸਿੰਘ ਜੀ, ਇਸ ਕਲੱਬ ਦੀ ਸ਼ੁਰੂਆਤ ਕਦੋਂ ਹੋਈ? ਕੀ ਸੋਚ ਕੇ ਤੁਸੀਂ ਇਹ ਕਲੱਬ ਸ਼ੁਰੂ ਕੀਤਾ ਤੇ ਇਸ ਕਲੱਬ ਦੀ ਆਈਡੀਓਲੋਜੀ ਕੀ, ਇਸ ਬਾਰੇ ਥੋੜਾ ਚਾਨਣਾ ਪਾਓਗੇ? ਸ਼ੋਰ ਜੀ। ਪਹਿਲੇ ਤੇ ਇਹ ਦੱਸਾਂਗਾ ਕਿ ਜੀ ਇਹ ਇੱਕ ਇੰਟਰਨੈਸ਼ਨਲ ਕਲੱਬ ਆ। ਨੀਂਹ ਰੱਖੀ ਗਈ ਸੀ 2014 'ਚ UAE ਦੁਬਈ 'ਚ। ਗੁਰਨਾਮ ਸਿੰਘ ਜੀ ਫਾਊਂਡਰ ਹੈਗੇ ਆ ਜੀ ਕਲੱਬ ਦੇ, ਜਿਹੜੇ ਮੇਨ ਮਦਰ ਚੈਪਟਰ ਹੈ ਸਾਡਾ। ਉਸ ਤੋਂ ਬਾਅਦ 2021 'ਚ ਮੈਂ ਡਿਸਕਸ ਕੀਤਾ ਸੀ ਆਪਣੇ ਹੋਰ 4 ਕੋ-ਫਾਊਂਡਰਸ ਦੇ ਨਾਲ, ਤੇ ਫਿਰ ਇੱਥੇ ਨੀਂਹ ਰੱਖੀ ਗਈ ਸੀ। ਬੜਾ ਵਧੀਆ ਦਿਨ ਸੀ ਜੀ, 13 ਅਪ੍ਰੈਲ 2021, ਵਿਸਾਖੀ ਵਾਲਾ ਦਿਨ, ਜਦੋਂ ਕਲੱਬ ਫਾਰਮ ਹੋਇਆ ਸੀ ਸਾਡਾ ਆਫੀਸ਼ੀਅਲੀ। ਅਤੇ ਉਸ ਤੋਂ ਇਲਾਵਾ ਆਈਡੀਓਲੋਜੀ ਦੀ ਗੱਲ ਕਰੀਏ, ਹਰ ਆਰਗੇਨਾਈਜੇਸ਼ਨ ਦੀ ਇੱਕ ਆਪਰੇਟਿੰਗ ਪ੍ਰਿੰਸੀਪਲ ਹੁੰਦਾ ਅਤੇ ਇੱਕ ਗਾਈਡਿੰਗ ਪ੍ਰਿੰਸੀਪਲ ਹੁੰਦਾ। ਓਬਵੀਅਸਲੀ ਜਿਹੜਾ ਸਾਡਾ ਗਾਈਡਿੰਗ ਪ੍ਰਿੰਸੀਪਲ ਆ ਉਹ ਸਿੱਖਿਜ਼ਮ ਆ, ਸਿੱਖ ਆਈਡੀਓਲੋਜੀ ਨੂੰ ਫੋਲੋ ਕਰਦੇ ਹਾਂ ਅਸੀਂ। ਅਤੇ ਆਪਰੇਟਿੰਗ ਪ੍ਰਿੰਸੀਪਲ ਜਿਹੜੇ ਸਾਡੇ, ਵੀ ਫੋਲੋ ਡਿਫੈਂਸ ਫੋਰਸਿਸ। ਗੁਰਨਾਮ ਭਾਈ ਦਾ ਹਮੇਸ਼ਾ ਤੋਂ ਬੜਾ ਹੀ ਇੱਕ ਚਾਅ ਰਿਹਾ ਕਿ ਉਹ ਮਤਲਬ ਬੜਾ ਮਾਣ ਮਹਿਸੂਸ ਕਰਦੇ ਹਾਂ ਅਸੀਂ ਵੀ ਅਤੇ ਉਹ ਵੀ, ਕਿ ਜਿਹੜੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ, ਸਿੱਖ ਸੋਲਜਰਸ ਨੇ ਕੁਰਬਾਨੀਆਂ ਦਿੱਤੀਆਂ, ਵਰਲਡ ਵਾਰ 1 ਹੋਵੇ, ਵਰਲਡ ਵਾਰ 2 ਹੋਵੇ, ਕੋਈ ਵੀ ਲੜਾਈ ਲਾ ਲਓ ਤੁਸੀਂ, ਹੈ ਨਾ। ਅਤੇ ਉਹ ਆਪਰੇਟਿੰਗ ਪ੍ਰਿੰਸੀਪਲ ਆ ਸਾਡਾ। ਕੌਨਸਟੀਟਿਊਸ਼ਨ ਹੈਗੀ ਆ ਸਾਡੀ, ਪ੍ਰੋਟੋਕੋਲਸ ਹੈਗੀਆਂ, ਡਿਸਿਪਲਿਨ ਹੈਗਾ, ਅਤੇ ਪੂਰੀ ਉਸ ਅਪਰੋਚ ਨਾਲ ਆਪਾਂ ਚੱਲਦੇ ਹਾਂ। ਬਹੁਤ ਹੀ ਵਧੀਆ ਇਨਫੋਰਮੇਸ਼ਨ ਦਿੱਤੀ ਮਵਲੀਨ ਸਿੰਘ ਨੇ। ਪਰ ਮੇਰੇ ਕੋਲ ਇੱਕ ਜਿਹੜਾ ਸਵਾਲ ਹੈ ਵੀ ਕਲੱਬ ਦਾ ਨਾਮ ਸਿੰਘ ਮੋਟਰਸਾਈਕਲ ਕਲੱਬ ਹੀ ਕਿਉਂ? ਓਬਵੀਅਸਲੀ ਤੁਹਾਡੇ ਕਲੱਬ 'ਚ ਕੁਝ ਇਹੋ ਜਿਹੇ ਵੀ ਸ਼ਖਸ ਮੌਜੂਦ ਨੇ ਜਿਹੜੇ ਨੌਨ ਪੰਜਾਬੀ, ਨੌਨ ਸਿੱਖ ਕਮਿਊਨਿਟੀ ਤੋਂ ਬਿਲੋਂਗ ਕਰਦੇ ਨੇ, ਪਰ ਇੱਕ ਯੂਨਾਨੀਮਸ ਡਿਸੀਜਨ ਸੀਗਾ ਬਈ ਇਹਦਾ ਕਲੱਬ ਦਾ ਨਾਮ ਸਿੰਘ ਮੋਟਰਸਾਈਕਲ ਕਲੱਬ ਹੀ ਰੱਖਣਾ, ਜਾਂ ਬਸ ਰੱਖ ਲਿਆ ਤੇ ਬਾਅਦ 'ਚ ਬੰਦੇ ਜੁਆਇਨ ਕਰਨੇ ਸ਼ੁਰੂ ਹੋ ਗਏ? ਨਹੀਂ ਭਾਅ ਜੀ, ਬਹੁਤ ਟਾਈਮ ਲੱਗਿਆ ਸੀ ਕਲੱਬ ਨੂੰ ਫਾਰਮ ਕਰਨ 'ਚ, ਨਾਂ ਰੱਖਣ 'ਚ, ਲੋਗੋ ਬਣਾਉਣ 'ਚ। ਇਨਫੈਕਟ ਦੇਖੋ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਸਿੱਖ ਆਈਡੀਓਲੋਜੀ 'ਤੇ ਬੇਸਡ ਆ ਕਲੱਬ, ਅਤੇ ਸਿੰਘਸ 'ਤੇ ਨਾਂ ਹੋਣਾ ਹੀ ਸੀ। ਹੈਵਿੰਗ ਸੈਡ ਦੈਟ, ਸਿੰਘ ਜਿਹੜਾ ਸਰਨੇਮ ਹੈ ਜਾਂ ਮਿਡਲ ਨੇਮ ਹੈ ਕਈਆਂ ਦਾ, ਉਹ ਪੇਟੈਂਟ ਸਿੱਖੀਜ਼ਮ ਲਈ ਨਹੀਂ ਹੈ ਸਿਰਫ। ਤੁਸੀਂ ਦੇਖੋਗੇ ਇੰਡੀਆ 'ਚ ਹੋਰ ਵੀ ਬੜੇ ਰਿਲੀਜਨਸ ਆ ਅਤੇ ਰੇਸਿਸ ਆ ਜੇ ਆਪਣੇ ਨਾਂ ਦੇ ਅੱਗੇ ਸਿੰਘ ਲਾਉਂਦੀ ਹੈ। ਬਿਕੋਜ਼ ਸਿੰਘ ਨਾ ਬਰੇਵਰੀ ਦਾ ਇੱਕ ਮਤਲਬ ਇੱਕ ਸਾਰਿਆਂ ਨੂੰ ਦੱਸਦਾ ਕਿ ਵੀ ਇਹ ਸਿੰਘ ਮੀਨਸ ਬਰੇਵ, ਹੈ ਨਾ, ਲਾਇਨ ਹੁੰਦਾ ਬੇਸਿਕਲੀ ਇਹਦਾ ਮਤਲਬ। ਅਤੇ ਇਸ ਕਰਕੇ ਆਪਾਂ ਨਾਂ ਸਿੰਘ ਰੱਖਿਆ ਸੀ। ਇਨਫੈਕਟ ਮੈਂ ਜਦੋਂ
ਸਿਡਨੀ ਮੋਟਰਸਾਈਕਲ ਕਾਉਂਸਲ ਨਾਲ ਕਲੱਬ ਨੂੰ ਰਜਿਸਟਰ ਕਰਨ ਗਿਆ ਸੀ ਤੇ ਉੱਥੇ ਇੱਕ ਰੈਫਰੈਂਸ ਚਾਹੀਦਾ ਹੁੰਦਾ ਤੇ ਉਹਨਾਂ ਨੇ ਸਾਨੂੰ ਜਨਰਲ ਮੀਟਿੰਗ 'ਚ ਸੱਦ ਲਿਆ। ਹੁਣ ਪਤਾ ਨਹੀਂ ਉਹ ਜਾਣ ਕੇ ਸੱਦਿਆ ਸੀ ਜਾਂ ਕਿਉਂ, ਤੇ ਉਸ ਟਾਈਮ ਮੈਂ ਇਕੱਲਾ ਹੁੰਦਾ ਸੀ ਤੇ ਉਹਨਾਂ ਨੇ ਪੁੱਛਿਆ ਵੀ ਵਾਈ ਸ਼ੁੱਡ ਵੀ ਟੇਕ ਯੂ ਇਨ, ਤੇ ਮੈਂ ਕਿਹਾ ਜੀ ਆਈ ਵੁਡਨਟ ਸੇ ਮੱਚ ਬਟ ਆਈ ਜਸਟ ਵਾਂਟ ਟੂ ਐਕਸਪਲੇਨ ਦ ਮੀਨਿੰਗ ਆਫ ਮਾਈ ਲੋਗੋ। ਤੇ ਮੈਂ ਉਹਨਾਂ ਨੂੰ ਲੋਗੋ ਦਾ ਮੀਨਿੰਗ ਐਕਸਪਲੇਨ ਕੀਤਾ ਸੀ, ਇਟਰਨਲ ਸਰਕਲ ਆਫ ਲਾਈਫ, ਮੀਰੀ ਪੀਰੀ, ਡਬਲ ਐਜ ਸਵੋਰਡ, ਫਾਲਕਨ, ਇਹ ਸਾਰੀਆਂ ਚੀਜ਼ਾਂ ਜਦੋਂ ਐਕਸਪਲੇਨ ਕੀਤੀਆਂ ਪੀਪਲ ਵਰ ਸੋ ਹੈਪੀ ਕਿ ਮੋਟਰਸਾਈਕਲ ਕਾਉਂਸਲ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਨੇ ਸਾਈਨ ਕੀਤਾ ਸੀ ਕਿ ਇਹ ਕਲੱਬ ਸਾਡੇ ਨਾਲ ਰਜਿਸਟਰ ਹੋਏਗਾ। ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਸੀ ਜੀ, ਤੇ ਇਦਾਂ ਨਾਮ ਪਿਆ ਸੀ ਸਿੰਘਸ। ਦੇਖੋ ਜੀ ਬਹੁਤ ਵਧੀਆ ਕਾਰਜ ਕਰ ਰਹੇ ਨੇ ਸਿੰਘ ਮੋਟਰਸਾਈਕਲ ਕਲੱਬ ਵਾਲੇ। ਬਹੁਤ ਰਾਈਡਸ ਵੀ ਕਰਦੇ ਨੇ, ਸੋਸ਼ਲ ਰਾਈਡਸ ਕਰਦੇ ਨੇ, ਕੁਝ ਅਫੀਸ਼ੀਅਲ ਰਾਈਡਸ ਵੀ ਕਰਦੇ ਨੇ, ਕਮਿਊਨਿਟੀ ਵਰਕ ਵੀ ਕਰਦੇ ਨੇ। ਆਪਾਂ ਗੱਲ ਕਰਾਂਗੇ ਇੱਕ ਹੋਰ ਮੈਂਬਰ ਦੇ ਨਾਲ, ਕਲੱਬ ਦੇ ਨਾਲ ਰੂਪ ਸਿੰਘ ਜੀ ਮੇਰੇ ਨਾਲ ਖੜੇ ਨੇ। ਰੂਪ ਸਿੰਘ ਜੀ, ਜਿੱਦਾਂ ਮਵਲੀਨ ਸਿੰਘ ਨੇ ਦੱਸਿਆ ਵੀ ਕਲੱਬ ਨੂੰ ਰਜਿਸਟਰ ਕਰਾਉਣਾ ਇੱਕ ਬਹੁਤ ਹੀ ਜਦੋਜਹਿਦ ਵਾਲਾ ਕੰਮ ਸੀਗਾ, ਤੁਸੀਂ ਆਪਣੀ ਜਰਨੀ ਨੂੰ ਕਿੱਦਾਂ ਦੇਖਦੇ ਹੋ? ਸਭ ਤੋਂ ਪਹਿਲਾਂ ਜੀ ਸਾਰੇ ਇੱਥੇ ਇਕੱਠੇ ਹੋਏ ਮੇਰੇ ਭਰਾਵਾਂ ਨੂੰ ਤੇ KH ਬ੍ਰਦਰਸ ਪ੍ਰੋਡਕਸ਼ਨ ਨੂੰ ਵੀ ਵਧਾਈਆਂ ਕਿ ਤੁਸੀਂ ਇੱਥੇ ਆਏ ਹੋ ਤੇ ਸਾਡੇ ਬਾਰੇ, ਸਾਡੇ ਕਲੱਬ ਬਾਰੇ ਤੇ ਸਾਡੀ ਸੋਚ ਬਾਰੇ ਜਾਣਨਾ ਚਾਹੁੰਦੇ ਹੋ ਤੇ ਅੱਗੇ ਵੀ ਗੱਲ ਪਹੁੰਚਾਉਣਾ ਚਾਹੁੰਦੇ ਹੋ। ਜੀ ਹਾਂਜੀ, ਕੋਈ ਵੀ ਚੀਜ਼ ਜਿਹੜੀ ਹੈਗੀ ਹੈ ਜੀ ਉਹ ਆਸਾਨ ਹੁੰਦੀ ਨਹੀਂ, ਠੀਕ ਹੈ ਜੀ। ਮੈਂ ਤੁਹਾਨੂੰ ਛੋਟੀ ਜਿਹੀ ਗੱਲ ਐਗਜ਼ਾਮਪਲ ਦਿੰਦਾ। ਮੈਂ ਜਦੋਂ ਇੱਥੇ ਨਵਾਂ ਇਸ ਕੰਟਰੀ 'ਚ ਆਇਆ ਸੀਗਾ, ਮੈਂ ਆਪਣੇ ਡੈਡ ਨੂੰ ਫੋਨ ਕੀਤਾ ਤੇ ਮੈਂ ਡੈਡ ਨੂੰ ਕਿਹਾ, ਮੈਂ ਕਿਹਾ ਡੈਡ ਯਾਰ ਬੜਾ ਔਖਾ ਹੈ ਇੱਥੇ, ਮੇਰੇ ਕੋਲ ਰਹਿਣਾ ਬੜਾ ਔਖਾ। ਉਹ ਕਹਿੰਦਾ ਤੈਨੂੰ ਮੈਂ ਕਦੋਂ ਸਿਖਾਇਆ ਕਿ ਜ਼ਿੰਦਗੀ ਸੌਖੀ ਹੋਊਗੀ, ਤੈਨੂੰ ਮੈਂ ਕਦੋਂ ਸਿਖਾਇਆ ਕਿ ਚੀਜ਼ਾਂ ਸੌਖੀਆਂ ਹੋਣਗੀਆਂ। ਸੋ ਸੌਖੀ ਚੀਜ਼ ਬਾਈ ਕੋਈ ਵੀ ਨਹੀਂ ਹੁੰਦੀ ਹੈਗੀ, ਠੀਕ ਹੈ ਜੀ। ਇੱਕ ਕਲੱਬ ਨੂੰ ਖੜਾ ਕਰਨਾ, ਇਹਨੂੰ ਚਲਾਉਣਾ, ਇਹਦੀ ਸੋਚ ਨੂੰ ਅੱਗੇ ਵਧਾਉਣਾ, ਇਹਦੇ ਹਰ ਇੱਕ ਫੈਸਲੇ ਨੂੰ ਅਟੱਲ ਕਰਨਾ, ਉਹਨੂੰ ਕਿੱਦਾਂ ਸਿਰੇ ਚੜਾਉਣਾ, ਇਹ ਇਕੱਲੇ ਇੱਕ ਬੰਦੇ ਦਾ ਕੰਮ ਨਹੀਂ ਹੈਗਾ। ਤੁਸੀਂ ਨਿਗਾਹ ਮਾਰ ਕੇ ਦੇਖੋ ਪਿੱਛੇ ਜੀ, ਸਾਡੇ ਸਾਰੇ ਸਤੰਭ ਖੜੇ ਆ, ਸਾਡੇ ਪਿਲਰ ਖੜੇ ਨੇ ਜੀ। ਹਰ ਇੱਕ ਬੰਦਾ ਇੱਕ ਤੋਂ ਦੂਜੇ ਤੋਂ ਵੱਧ ਕੇ ਹੈ ਜੀ, ਤੇ ਇਸ ਕਰਕੇ ਇਹਨਾਂ ਤੋਂ ਬਗੈਰ, ਸਾਰਿਆਂ ਤੋਂ ਬਗੈਰ, ਭਰਾਵਾਂ ਤੋਂ ਬਗੈਰ ਪੋਸੀਬਲ ਨਹੀਂ ਹੋ ਸਕਦਾ ਜੀ। ਕਿੰਨੇ ਮੈਂਬਰ ਨੇ ਇਸ ਟਾਈਮ ਤੁਹਾਡੇ ਕਲੱਬ? ਭਾਜੀ ਇਸ ਵੇਲੇ ਆਪਣੇ ਆਲ ਟੂਗੇਦਰ ਅਫੀਸ਼ੀਅਲ 52 ਮੈਂਬਰਸ ਨੇ ਜੀ, ਅਫੀਸ਼ੀਅਲ ਮੈਂਬਰਸ ਨੇ ਜੀ ਇਹ। ਬਟ देयर इज ਅ ਪ੍ਰੋਸੈਸ ਟੂ ਬਿਕਮ ਅ ਮੈਂਬਰ, ਅਫੀਸ਼ੀਅਲ ਮੈਂਬਰ ਆਫ ਦਾ ਕਲੱਬ, ਤੇ ਜਿਹੜਾ ਕਿ ਪ੍ਰੋਸੈਸ ਦੇ ਥਰੂ ਤਕਰੀਬਨ 200 ਮੈਂਬਰਸ ਹੋਰ ਨੇ, ਦੇ ਆਰ ਔਨ ਦਾ ਵੇ ਟੂ ਬਿਕਮ ਮੈਂਬਰ। ਬਟ ਬਿਕੋਜ਼ ਦਾ ਪ੍ਰੋਸੈਸ ਇਜ਼ ਦੈਟ ਵੇ ਕਿ 5-6 ਮਹੀਨੇ ਲੱਗ ਜਾਂਦੇ ਨੇ ਭਾਜੀ। ਮੈਨੂੰ ਵੀ 5-6 ਮਹੀਨੇ ਲੱਗ ਗਏ ਸੀ ਮੈਂਬਰ ਬਣਦੇ ਨੂੰ। ਤੇ ਅਸੀਂ ਕੋਸ਼ਿਸ਼ ਕਰਦੇ ਹਾਂ, ਦੇਖਦੇ ਹਾਂ ਕਿ ਪਰਸਨ ਜਿਹੜਾ ਹੈਗਾ ਆ ਕਿ ਉਹ ਸੀਰੀਅਸ ਰਾਈਡਰ ਹੈਗਾ ਆ, ਕਿ ਉਹ ਸੇਫ ਰਾਈਡਰ ਹੈਗਾ ਆ, ਕਿ ਉਹਦੀ ਸੋਚ ਚੰਗੀ ਹੈਗੀ ਆ, ਕਿ ਉਹ ਆਪਣੇ ਕਮਿਊਨਿਟੀ ਲਈ ਜਾਂ ਜਨਰਲ ਪਬਲਿਕ ਲਈ ਕੁਝ ਕਰਨਾ ਚਾਹੁੰਦਾ ਹੈਗਾ। ਸੋ ਇਹ ਚੀਜ਼ਾਂ ਕੰਸੀਡਰ ਕਰਕੇ ਫਿਰ ਹੀ ਕਮੇਟੀ ਦੇ ਮੂਹਰੇ ਉਸ ਬੰਦੇ ਦਾ ਨਾਮ ਰੱਖਿਆ ਜਾਂਦਾ, ਤੇ ਸਾਡੀ ਕਮੇਟੀ ਜਿਹੜੀ 5 ਮੈਂਬਰੀ ਕਮੇਟੀ ਹੈ, ਜਿੱਦਾਂ ਅਸੀਂ ਗੱਲ ਕੀਤੀ ਆ, ਤੇ ਉਹ ਡਿਸਾਈਡ ਕਰਦੀ ਆ ਕਿ ਹਾਂਜੀ ਇਹ ਮੈਂਬਰ ਅਸੀਂ ਬਣਾ ਸਕਦੇ ਹਾਂ। ਸੋ ਇਹ ਚੀਜ਼ ਨੇ ਮੈਨੂੰ ਕੰਪੈਲ ਕੀਤਾ ਕਿ ਯਾਰ ਲੈਟਸ ਜੁਆਇਨ ਦਾ ਕਲੱਬ ਐਂਡ ਲੈਟਸ ਫੀਲ ਦਾ ਜਰਨੀ ਐਂਡ ਲੈਟਸ ਐਕਸਪੀਰੀਅੰਸ ਦਾ ਜਰਨੀ। ਤੇ ਜਰਨੀ ਭਾਜੀ ਅੱਜ ਤੱਕ ਜਰਨੀ ਸਟਾਰਟ ਕੀਤੀ ਆ, ਸਾਲ ਤੋਂ ਵੱਧ ਟਾਈਮ ਹੋ ਗਿਆ ਹੈ, ਚੱਲ ਰਹੀ ਆ, ਤੁਰੇ ਚੱਲ ਰਹੇ ਆ, ਚੰਗੇ ਕੰਮ ਕਰ ਰਹੇ ਆ। ਹੁਣ ਤੁਸੀਂ ਚੰਗੇ ਕੰਮਾਂ ਦੀ ਵੀ ਗੱਲ ਕੀਤੀ ਹੈ। ਹੁਣ ਸਾਡੇ ਸਾਰੇ ਕਲੱਬ ਦੇ ਵਿੱਚ ਹਰ ਇੱਕ ਇਨਸਾਨ ਦੀ ਇੱਕ ਸੋਚ ਹੈਗੀ ਹੈ, ਤੁਹਾਡੀ ਵੀ ਸੋਚ ਹੈਗੀ ਆ ਕਿ ਯਾਰ ਮੇਰੇ ਕੋਲ ਜੇ ਪੈਸੇ ਹੁੰਦੇ, ਜਾਂ ਮੇਰੇ ਕੋਲ ਬੰਦੇ ਹੁੰਦੇ, ਜਾਂ ਮੇਰੇ ਕੋਲ ਟਾਈਮ ਹੁੰਦਾ, ਤੇ ਮੈਂ ਆਹ ਕੰਮ ਕਰਨਾ ਸੀ, ਠੀਕ ਹੈ ਜੀ। ਹੁਣ ਇੱਥੇ ਸਾਡੇ ਵਿੱਚ ਸਾਡੇ ਕੋਲ ਮੈਨ ਪਾਵਰ ਵੀ ਹੈਗੀ ਹੈ। ਜੇ ਮੇਰਾ ਟਾਈਮ ਨਹੀਂ ਹੈਗਾ ਤੇ ਉਹਦਾ ਟਾਈਮ ਹੈਗਾ, ਉਹਦਾ ਟਾਈਮ ਨਹੀਂ ਹੈਗਾ ਤੇ ਉਹਦਾ ਟਾਈਮ ਹੈਗਾ। ਸੋ ਇਸ ਕਰਕੇ ਜੇ ਸਾਡੇ ਦਿਮਾਗ 'ਚ ਕੋਈ ਸੋਚ ਆਉਂਦੀ ਹੈ ਕਿ ਯਾਰ ਮੈਂ ਚੰਗਾ ਕੰਮ ਕਰਨਾ, ਕੋਈ ਫੁਰਨਾ ਫੁਰਦਾ ਹੈ, ਤੇ ਅਸੀਂ ਉਹ ਕਰਦੇ ਹਾਂ ਭਾਜੀ। ਅਸੀਂ ਬਲੱਡ ਡੋਨੇਸ਼ਨ ਕੈਂਪ ਲਾਉਂਦੇ ਹਾਂ ਹਰ ਸਾਲ, ਐਤਕੀ ਲਾ ਕੇ ਹਟੇ ਹਾਂ, ਹਰ ਸਾਲ ਦੀ ਸਾਲ ਲਾਵਾਂਗੇ ਜੀ। ਸੱਦਾ ਦਿੰਦੇ ਹਾਂ ਆਪਣੇ ਪਰਿਵਾਰ ਨੂੰ, ਮੈਂਬਰਾਂ ਨੂੰ, ਭਾਈਆਂ ਨੂੰ, ਸੱਜਣਾਂ ਨੂੰ, ਨੋਰਮਲ ਕਮਿਊਨਿਟੀ ਨੂੰ ਕਿ ਆਓ ਜੀ, ਆਓ, ਆ ਕੇ ਬਲੱਡ ਦਿਓ। ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਭਾਜੀ, ਖੂਨ ਦਾ ਖਤਰਾ ਦੇਣਾ ਸਭ ਤੋਂ ਵੱਡਾ। ਥੈਂਕਸ ਟੂ ਬਰਤ ਭਾਜੀ, ਜੋ ਸਾਡੇ ਕਮੇਟੀ ਮੈਂਬਰ ਵੀ ਨੇ, ਜਿਹੜੇ ਇਹ ਚੀਜ਼ ਨੂੰ ਮੂਹਰੇ ਲੈ ਕੇ ਆਏ, ਜਿਨ੍ਹਾਂ ਨੇ ਸੋਚ ਮੂਹਰੇ ਲੈ ਕੇ ਆਏ। ਮੈਂ ਸੋਚ ਕੇ ਮੂਹਰੇ ਲੈ ਕੇ ਆਇਆ। ਮੈਂ ਭਾਈ ਨਾਲ ਗੱਲ ਕੀਤੀ, ਮੈਂ ਕਿਹਾ ਭਾਜੀ ਮੇਰਾ ਦਿਲ ਹੈ ਯਾਰ ਦਰਖਤ ਲਾਉਣੇ ਆ। ਦਰਖਤ ਬੜੇ ਸੜ ਗਿਆ, ਜੋ ਤੁਹਾਨੂੰ ਪਤਾ ਬੁਸ਼ ਫਾਇਰਸ ਹੋਈਆਂ ਸੀਗੀਆਂ ਇੱਥੇ ਨਾ। ਸੋ ਮੈਂ ਭਾਜੀ ਆਪਣੇ ਅੱਖਾਂ ਨਜ਼ਾਰਾ ਦੇਖਿਆ ਹੋਇਆ, ਦਰਖਤ ਪੂਰੇ ਜਲੇ ਹੋਏ, ਵਾਈਲਡ ਲਾਈਫ ਅਲਾਈਵ ਜਲੀ ਹੋਈ। ਮਤਲਬ ਕਿ ਮੈਂ ਦੇਖ ਕੇ ਮੇਰਾ ਬੜਾ ਦਿਲ ਦੁਖਿਆ, ਤੇ ਮੈਂ ਗੱਲ ਕੀਤੀ, ਕਮੇਟੀ ਨਾਲ ਗੱਲ ਕੀਤੀ, ਕਹਿੰਦੇ ਕਿਉਂ ਨਹੀਂ, ਵਾਈ ਨਾਟ। ਸੋ ਅਸੀਂ 30 ਜੁਲਾਈ ਨੂੰ ਨੈਸ਼ਨਲ ਟਰੀ ਡੇ ਦੇ ਟਰੀ ਪਲਾਂਟੇਸ਼ਨ ਵੀ ਕਰਨ ਜਾ ਰਹੇ ਹਾਂ ਭਾਜੀ। ਸੋ ਉਸ ਤੋਂ ਬਾਅਦ ਜੀ ਅਸੀਂ ਕਿਹਦਾ ਨਾਮ ਹੈ, ਜਿੱਥੇ ਅਸੀਂ ਖੜੇ ਹਾਂ, ਜਿਹੜੀ ਜਗ੍ਹਾ 'ਤੇ ਖੜੇ ਹਾਂ, ਇਸ ਜਗ੍ਹਾ ਦੇ ਲਈ ਜੋ ਕਿ ਆਪਣਾ ਸਿੱਖ ਇੰਜ਼ਕ ਵਾਰ ਮੈਮੋਰੀਅਲ ਹੈ ਜੀ, ਇਹਦੇ ਲਈ ਇਹਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਅਸੀਂ ਜੋ 3 ਜੂਨ ਨੂੰ ਰਾਈਡ ਕਰਨ ਜਾ ਰਹੇ ਹਾਂ, ਜੋ ਕਿ ਅਸੀਂ ਇੱਥੋਂ ਸਟਾਰਟ ਕਰਾਂਗੇ ਤਾਂ ਆਸਟ੍ਰੇਲੀਅਨ ਵਾਰ ਮੈਮੋਰੀਅਲ ਕੈਨਬਰਾ ਲੈ ਕੇ ਜਾਵਾਂਗੇ ਜੀ, ਜਿਹੜੀ ਅਸੀਂ ਪਹਿਲਾਂ ਕੱਢ ਚੁੱਕੇ ਹਾਂ। ਬਟ ਇਸ ਵਾਰ ਇਹ ਕਾਫਲਾ ਬੜਾ ਵੱਡਾ ਹੋ ਗਿਆ ਭਾਜੀ।
ਹਾਂਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਰੂਪ ਭਾਜੀ ਨੇ ਕਿੰਨਾ ਕਮਿਊਨਿਟੀ ਵਰਕ ਕਰਦੇ ਨੇ ਦਰਖਤ ਵੀ ਲਾਏ ਨੇ ਕਲੱਬ ਨੇ ਬਲੱਡ ਡੋਨੇਸ਼ਨ ਕੈਂਪ ਵੀ ਕੀਤੇ ਨੇ ਰਾਈਡਸ ਵੀ ਕਰਦੇ ਨੇ ਅਫੀਸ਼ੀਅਲ ਫਰਮ ਇੱਥੋਂ ਲੈ ਕੇ ਕੈਨਬਰਾ ਤੱਕ ਇੱਕ ਰਾਈਡ ਕਰ ਰਹੇ ਨੇ ਜਿਹੜਾ ਬਲੱਡ ਡੋਨੇਸ਼ਨ ਕੈਂਪ ਇਹਨਾਂ ਨੇ ਰੀਸੈਂਟਲੀ ਲਗਾਇਆ ਉਹਦੇ ਬਾਰੇ ਜਾਣਕਾਰੀ ਲਵਾਂਗੇ ਕਲੱਬ ਦੇ ਇੱਕ ਹੋਰ ਮੈਂਬਰ ਤੇ ਕਮੇਟੀ ਮੈਂਬਰ ਮਿਸਟਰ ਭਰਤ ਗੁਲਾਟੀ ਤੋਂ ਭਰਤ ਗੁਲਾਟੀ ਜੀ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਪਲੀਜ਼ ਜਾਣਕਾਰੀ ਦਿਓਗੇ ਜਿਹੜਾ ਬਲੱਡ ਡੋਨੇਸ਼ਨ ਕੈਂਪ ਤੁਸੀਂ ਪਿੱਛੇ ਲਾਇਆ ਸੀ ਪਹਿਲੀ ਵਾਰੀ ਲਾਇਆ ਸੀ ਕਿ ਜਾਂ ਰਿਪੀਟਡ ਸੀਗਾ ਤੁਸੀਂ ਹੋਰ ਕੀ ਕਰ ਰਹੇ ਹੋ ਤੁਹਾਡੇ ਪ੍ਰੋਜੈਕਟਸ ਅੱਗੇ ਕੀ ਹੋਰ ਆ ਰਹੇ ਨੇ प्लीज ठीक है थैंक यू भाजी मैं इंग्लिश में बात करूँगा भाजी आई एम नॉट अ पंजाबी आई एम नॉट अ सिख आई एम I'm from Delhi I'm an Indian so मैं इंग्लिश में बात करूँगा भाजी थैंक यू वेरी मच KH ब्रदर्स प्रोडक्शन का हमको अपॉर्चुनिटी देने के लिए टू गिव अस एन अपॉर्चुनिटी टू कम एंड talk to you and tell us about the projects that we did. Blood donation camp, thank you Roop for introducing that to KH Productions. Blood donation camp was a big dream for our club and for me personally, to basically take all our club members and the families to go and donate the blood. As we all know that there is no bigger donation than the blood donation, and I always had this feeling that if there's any good things that we can do for the community, not for one community but all the communities, be it Australians or any other community, blood donation is something that we can do. So every member of the club was participated in that day. We did it in December. We are planning to do it every year in December, November. Last year we managed to give approximately 60 blood donations, which in turn saved the life of 180 people. So that's what we're going to do. और भी बहुत सारे अच्छे काम we are planning to do, like the climate initiative by Sings. As Roop said, we're going to plant trees on the 30th of July. We are in discussion of various councils to basically do clean for shore. We wanted to go out with our families, with our club members, with all our community to go out and clean the environment, take our kids on the boats to clean the river. So those sort of initiatives we are doing, Paji, and hopefully with your support, with everybody's support, we'll be able to make it bigger every year. Thank you, Paji. ਥੈਂਕ ਯੂ ਬਾਬਾ ਭਰਭਾ ਜੀ ਇੱਕ ਇੱਥੇ ਬਹੁਤ ਹੀ ਵਧੀਆ ਪੁਆਇੰਟ ਰੇਜ਼ ਹੋਇਆ ਮੇਰੇ ਦਿਮਾਗ 'ਚ ਇੱਕ ਛੋਟੀ ਜਿਹੀ ਗੱਲ ਆਈ ਗੱਲ ਬਹੁਤ ਵੱਡੀ ਹੈ ਵੈਸੇ ਵੀ ਇਸ ਕਲੱਬ 'ਚ ਜਿੰਨੇ ਮੈਂਬਰ ਨੇ ਉਹਨਾਂ ਵਿੱਚ ਇੱਦਾਂ ਦੇ ਵੀ ਮੈਂਬਰ ਨੇ ਜਿਹੜੇ ਨਾਨ ਪੰਜਾਬੀ ਬੈਕਗਰਾਊਂਡ ਤੇ ਨਾਨ ਸਿੱਖ ਬੈਕਗਰਾਊਂਡ ਤੋਂ ਨੇ ਪੰਜਾਬੀ ਨਹੀਂ ਬੋਲਦੇ ਪਰ ਕਲੱਬ ਨਾਲ ਐਕਟਿਵਲੀ ਇਨਵੋਲਵ ਨੇ ਤੇ ਭਰਤ ਭਾਜੀ ਨੇ ਹੋਰ ਵੀ ਬਥੇਰੇ ਮੈਂਬਰ ਨੇ ਇੱਦਾਂ ਦੇ ਇੱਕ ਮੈਂਬਰ ਨਾਲ ਗੱਲ ਕਰਦੇ ਹੋ ਬੇਸਿਕਲੀ ਉਹ ਬਿਲੋਂਗ ਕਰਦੇ ਨੇ ਮਹਾਰਾਸ਼ਟਰ ਤੋਂ ਮਰਾਠੀ ਬੈਕਗਰਾਊਂਡ ਹੈ ਉਹਨਾਂ ਦਾ ਨਾਮ ਹੈ ਅਨਮੋਲ ਮਾਣੇ ਉਹਨਾਂ ਨਾਲ ਗੱਲ ਕਰਦੇ ਹਾਂ ਟੌਪਿਕ ਨੂੰ ਥੋੜਾ ਇੰਗਲਿਸ਼ 'ਚ ਕਰਨਾ ਪੈਣਾ ਹੈ ਸੋ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮਿਸਟਰ ਮਾਣੇ welcome to KH Brothers Productions. You could have a range of options to choose a club for in Australia. Why only Singh Motorcycle Club? First of all, thank you, KH Brothers Films, for giving this opportunity. And Waheguru Ji Ka Khalsa, Waheguru Ji Ki Fateh. I'm from non-Sikh background. I'm based Marathi from Maharashtra, India. Now, I had a passion to ride, okay? And when I heard about this club, that it's not just, they don't just ride, but they have their brotherhood. And with the name Sings, they do all kind of social work, social activities, and helping people, helping others. And that gave me a thought that I should actually go and approach this club and try to see if what contribution can I give to the club as a member of this community. And when I met Mavlin Singh for the first time, I was so impressed with his visions, which is things what he said to me about the club. He gave me some time to think about. He gave me the opportunity to have a couple of rides with them, which I did. And then I found that, yes, this is the place I had to be with them, and this is a place I have to show that how I can help others, and and be a part of this club and join this club for their motto, their vision, and their all social activities. And hence, since last 2 years, I'm with this club, and I really enjoying my life with them, with all my brothers and sisters of the club, and I really enjoy being with them all the time. So whenever I get the opportunity, when I get the time, I just want to serve with them. Yeah, that's it. Thank you. Very
ਕਾਈਂਡ ਐਂਡ ਸਟਰੋਂਗ ਵਰਡ ਫਰਮ ਮਿਸਟਰ ਮਾਨ। ਵੈਸੇ ਪੰਜਾਬੀ ਬੈਕਗ੍ਰਾਉਂਡ ਪਰ ਮੁੱਛਾਂ ਵੱਜਦੀਆਂ, ਇੱਕ ਪੰਜਾਬੀ ਬੰਦੇ ਵਾਂਗ ਕੁੜੀਆਂ ਕੀਤੀਆਂ ਹੋਈਆਂ। ਵੈਸੇ ਜੇ ਗੱਲ ਕਰੀਏ ਮੋਟਰਸਾਈਕਲ ਕਲੱਬ ਦੀ ਤੇ ਤੁਹਾਨੂੰ ਮੋਟਰਸਾਈਕਲਾਂ ਦਾ ਦਰਸ਼ਨ ਨਾ ਕਰਾਈਏ ਇਦਾਂ ਕਿੱਦਾਂ ਹੋ ਸਕਦਾ। ਆਓ ਚੱਲਦੇ ਆ, ਮੋਟਰਸਾਈਕਲ ਵੀ ਵੇਖਦੇ ਆ ਮੁੰਡਿਆਂ ਦੇ ਤੇ ਆਵਾਜ਼ ਵੀ ਚੈੱਕ ਕਰਦੇ ਆ ਵੀ ਕਿੰਨੀ ਤਰ ਕਰਦੇ ਨੇ। ਚਲੋ ਹਾਂਜੀ ਦੋਸਤੋ, ਗੱਲ ਕਰਦੇ ਹਾਂ ਕਲੱਬ ਦੇ ਇੱਕ ਨਵੇਂ ਨਵੇਕਲੇ ਮੈਂਬਰ ਅਮਨਦੀਪ ਸਿੰਘ ਜੀ ਨਾਲ। ਉਹਨਾਂ ਤੋਂ ਜਾਣਦੇ ਉਹਨਾਂ ਨੇ ਕਲੱਬ ਕਿਉਂ ਜੁਆਇਨ ਕੀਤਾ। ਅਮਨਦੀਪ ਸਿੰਘ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ ਹੈ? ਬਹੁਤ ਵਧੀਆ, ਠੀਕ ਠਾਕ ਜੀ। ਜੇ ਗੱਲ ਕਿ ਤੁਸੀਂ ਕਲੱਬ ਦੇ ਨਵੇਂ ਨਵੇਕਲੇ ਮੈਂਬਰ ਹੋ, ਸਭ ਤੋਂ ਨਿਊਐਸਟ ਮੈਂਬਰ ਹੋ, ਸਭ ਤੋਂ ਯੰਗੈਸਟ ਮੈਂਬਰ ਹੋ ਜਾਂ ਸਭ ਤੋਂ ਓਲਡੈਸਟ ਮੈਂਬਰ ਹੋ, ਕੀ ਕਹਿ ਕੇ ਤੁਹਾਨੂੰ ਬੁਗਾਰੀ ਹੈ? ਸਭ ਤੋਂ ਯੰਗੈਸਟ ਮੈਂਬਰ ਆ, ਸਟicker ਵੀ ਨਹੀਂ ਲਾਇਆ ਹਲੇ ਮੇਰੇ। ਬਹੁਤ ਵਧੀਆ ਗੱਲ ਹੈ। ਤੇ ਤੁਸੀਂ ਕਲੱਬ ਕਿਉਂ ਜੁਆਇਨ ਕੀਤਾ? ਤੁਹਾਨੂੰ ਕੀ ਵਧੀਆ ਲੱਗਾ ਇਸ ਕਲੱਬ ਦਾ? ਨਵੇਕਲਾ ਇਸ ਕਲੱਬ 'ਚ ਕੀ ਸੀਗਾ ਜਿਹੜਾ ਤੁਹਾਨੂੰ ਪਰਸਿਊ ਹੈ ਮੈਂ ਕਲੱਬ ਜੁਆਇਨ ਕਰਾਂ? ਓਕੇ, ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ। ਕਾਫੀ ਰੀਜ਼ਨਸ ਮੈਂ ਦੇ ਸਕਦਾ, ਬਟ ਇੱਕ ਜਿਹੜਾ ਪ੍ਰਾਇਮਰੀ ਰੀਜ਼ਨ ਦਊਂਗਾ, ਆਈ ਥਿੰਕ ਜਦ ਮਵਲੀਨ ਨੂੰ ਮਿਲਿਆ ਤੇ ਬਾਕੀ ਦੇ ਬॉयਜ਼ ਨੂੰ ਮਿਲਿਆ ਨਾ, ਤਾਂ ਇੱਕ ਪੋਜ਼ਿਟਿਵਿਟੀ ਸੀਗੀ ਤੇ ਕੁਝ ਕਰਨ ਦੀ, ਨਾ ਕਿ ਸਿਰਫ ਜਸਟ ਰਾਈਡ ਕਰਨ ਦੀ, ਪਰ ਰਾਈਡ ਦੇ ਨਾਲ ਨਾਲ ਕੁਝ ਭਲਾ ਕਰਨ ਦੀ। ਤੇ ਉਹ ਜਿਹੜੀ ਚੀਜ਼ ਸੀਗੀ ਬੜੀ ਖਿੱਚਵੀਂ ਆ ਉਹ, ਬਿਕੋਜ਼ ਸ਼ੁਰੂ ਤੋਂ ਹੀ ਮੇਰਾ ਵੀ ਇੱਕ ਵਿਰਤੀ ਇਹੀ ਰਹੀ ਆ ਵੀ ਜੇ ਆਪਾਂ ਦੁਨੀਆ ਨੂੰ ਹੋਰ ਕੁਝ ਨਹੀਂ ਦੇ ਸਕਦੇ ਤਾਂ ਸਿਰਫ ਪੋਜ਼ਿਟਿਵਿਟੀ ਤਾਂ ਦੇ ਦਿਓ। ਨੈਗੇਟਿਵਿਟੀ ਤਾਂ ਵੈਸੇ ਹੀ ਬਹੁਤ ਨਾ ਫੈਲੀ ਹੋਈ ਆ ਦੁਨੀਆ ਤੇ। ਸੋ ਇਹ ਜਿਹੜੀ ਕਲੱਬ ਦੀ ਇੱਕ ਮੇਨ ਚੀਜ਼ ਮੈਨੂੰ ਵਧੀਆ ਲੱਗੀ, ਬ੍ਰਦਰਹੁੱਡ ਤੇ ਪੋਜ਼ਿਟਿਵਿਟੀ ਸੀਗੀ। ਤੇ ਮੈਂ ਜਿਵੇਂ ਪ੍ਰੋਸੈਸ ਕਾਫੀ ਲੰਬਾ ਸੀ, 4-5 ਮਹੀਨੇ ਦਾ, 3-4 ਰਾਈਡਸ ਕਰਵਾਉਂਦੇ ਨੇ, ਦੇਖਦੇ ਨੇ ਵੀ ਤੁਸੀਂ ਕਿੱਦਾਂ ਰਾਈਡ ਕਰਦੇ ਹੋ, ਤੁਹਾਡਾ ਸੁਭਾਅ ਕਿੱਦਾਂ ਦਾ, ਬਾਕੀ ਫਿਰ ਵੀ ਤੁਹਾਡੀ ਬਾਕੀਆਂ ਨਾਲ ਬਣਦੀ ਹੈ ਕਿ ਨਹੀਂ ਬਣਦੀ। ਕੁਝ ਜੇ ਉਹੀ ਇੱਕ ਗੰਦੀ ਮੱਛੀ ਸਾਰੇ ਤਲਾਅ ਨੂੰ ਗੰਦਾ ਕਰ ਦਿੰਦੀ ਆ। ਆਈ ਥਿੰਕ ਜਿਹੜਾ ਇਹਨਾਂ ਦਾ ਫਿਲਟਰੇਸ਼ਨ ਪ੍ਰੋਸੈਸ ਆ, ਮੈਨੂੰ ਉਹ ਵੀ ਵਧੀਆ ਲੱਗਿਆ। ਤੇ ਉਹ ਫਿਰ 5-6 ਮਹੀਨੇ ਨਾਲ ਦੋਵੇਂ ਪਾਸੇ ਦੀ ਚੀਜ਼ ਹੋ ਜਾਂਦੀ ਆ। ਤੁਸੀਂ ਵੀ ਦੇਖ ਸਕਦੇ ਹੋ ਵੀ ਤੁਹਾਨੂੰ ਜਿਹੜੇ ਬੰਦੇ ਆਲਰੇਡੀ ਕਲੱਬ 'ਚ ਹੈਗੇ ਨੇ ਉਹਨਾਂ ਨਾਲ ਤੁਹਾਡੀ ਵਿਰਤੀ ਮਿਲਦੀ ਆ, ਤੁਹਾਡੀ ਸੋਚ ਮਿਲਦੀ ਆ, ਤੁਹਾਡੀ ਵਾਈਬ ਮਿਲਦੀ ਆ। ਜਾਂ ਫਿਰ ਵਾਈਬ ਮਿਲ ਗਈ ਤੇ ਮੈਂ ਕਿਹਾ ਵੀ ਯਾਰ ਮੈਨੂੰ ਫਿਰ ਜੈਕਟ ਦੇ ਹੀ ਦਿਓ। ਬਹੁਤ 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 ਵਧੀਆ। ਵੈਸੇ ਮੈਂ ਤੁਹਾਡੇ ਮੋਟਰਸਾਈਕਲ ਵੱਲ ਦੇਖ ਰਿਹਾ ਵੀ ਇੱਕ ਨਵੇਕਲੇ ਹੀ ਰੰਗ ਦਾ ਮੋਟਰਸਾਈਕਲ, ਮੈਂ ਤਾਂ ਵੇਖਿਆ ਹੀ ਪਹਿਲੀ ਵਾਰੀ ਇਦਾਂ ਦਾ ਮੋਟਰਸਾਈਕਲ। ਬਾਈਕ ਕਿੱਦਾਂ ਹੈਵੀ ਬਾਈਕ ਵੇਖਿਆ, ਮੇਰੇ ਵਰਗੇ ਬੰਦੇ ਨੇ ਤਾਂ ਪਲੈਟੀਨਾ ਸਪਲੈਂਡਰ ਤੋਂ ਬਗੈਰ ਕੋਈ ਮੋਟਰਸਾਈਕਲ ਦਾ ਬੈਕ ਵੀ ਨਹੀਂ ਵੇਖਿਆ। ਵੈਸੇ ਜੇ ਗੱਲ ਕਰੀਏ ਤੁਹਾਡੇ ਕਲੱਬ ਦੀ, ਕਿ ਕਲੱਬ ਜੁਆਇਨ ਕਰਨ ਲਈ ਮੋਟਰਸਾਈਕਲ ਹੋਣਾ ਜ਼ਰੂਰੀ ਆ ਜਾਂ ਸਾਈਕਲ ਸੂਕਲ ਨਾਲ ਵੀ ਸਰ ਜਾਏਗਾ? ਵੱਲ ਹੁਣ ਸਾਡੀਆਂ ਜਿਹੜੀ ਮੇਰੇ ਕੋਲ ਸਾਈਕਲ ਹੀ ਆ, ਕੋਈ ਮੈਂ ਜੁਆਇਨ ਕਰ ਸਕਦਾ ਤੁਹਾਡਾ ਕਲੱਬ? ਪਿੱਛੇ ਬਹਿ ਜੀ ਪਿੱਛੇ ਬਹਿ ਜੀ, ਜੁਆਇਨ ਕਰਾ ਲਾਂਗੇ ਨਾ, ਕਿਸੇ ਨੂੰ ਨਹੀਂ ਹੈਗੀ। ਜਿਵੇਂ ਅਸੀਂ ਪਹਿਲਾਂ ਵੀ ਕਹਿ ਰਹੇ ਸੀ, ਸਾਡੀਆਂ ਫੈਮਿਲੀਜ਼ ਨੇ, ਜਿਵੇਂ ਹੁਣ ਮੇਰੀ ਵਾਈਫ ਨਹੀਂ ਰਾਈਡ ਕਰਦੇ, ਬਟ ਉਹ ਇੱਕ ਤਰ੍ਹਾਂ ਨਾਲ ਕਲੱਬ ਦੇ ਫੈਮਿਲੀ ਬਣ ਚੁੱਕੇ ਨੇ। ਤੇ ਆਈ ਵੁੱਡ ਸੇ ਕਿ ਰਾਈਡ ਜਿਵੇਂ ਪ੍ਰੋਟੋਕੋਲ ਆ, ਜਿਹੜੀ ਫਿਲਟਰੇਸ਼ਨ ਪ੍ਰੋਸੈਸ ਆ, ਉਹਦੇ ਲਈ 3 ਰਾਈਡਸ ਕਰਨੀਆਂ ਜ਼ਰੂਰੀਆਂ ਨੇ। ਠੀਕ ਹੈ। ਬਾਈਕ ਭਾਵੇਂ ਮੰਗਵਾ ਲਿਆਓ, ਪਰ ਰਾਈਡ ਕਰੋਗੇ, ਸੁਭਾਅ ਮਿਲ ਗਿਆ, ਵਾਈਬ ਮਿਲ ਗਈ ਤਾਂ ਮੋਰ ਦੈਨ ਵੈਲਕਮ ਆ। ਬਟ ਆਈ ਥਿੰਕ ਬਾਈਕ ਹੋਣਾ ਤਾਂ ਜ਼ਰੂਰੀ ਆ। ਇਹ ਵੀ ਹੈ ਵੀ ਕੋਈ ਮਿਨੀਮਮ ਸੀਸੀ ਜਾਂ ਮਿਨੀਮਮ ਪਾਵਰ ਵਾਲਾ ਮੋਟਰਸਾਈਕਲ ਚਾਹੀਦਾ? ਨਹੀਂ, ਉਹ ਕੋਈ ਨਹੀਂ, ਉਹ ਭਾਵੇਂ ਤੂੰ ਪੱਟੀ ਨਾ ਲਿਆ ਆਪਣੀ, ਉਹ ਤਾਂ ਫਿਰ ਪਿੱਛੇ ਰਹਿ ਜਾਊਗਾ ਨਾ ਮੈਂ, ਤੁਸੀਂ ਲੱਗ ਜਾਣਾ। ਇਹ ਵੀ ਇੱਕ ਗੱਲ ਬਹੁਤ ਵਧੀਆ ਕਹੀ ਤੂੰ, ਬਹੁਤ ਵਧੀਆ ਕਹੀ, ਜਿਹੜੀ ਇੱਕ ਵੀ ਮੈਨੂੰ ਕਿਉਂ ਵਧੀਆ ਲੱਗੀ। ਸੋ ਆਹ ਤਾਂ ਮੈਂ ਹੁਣ ਨਵਾਂ ਲਿਆ 2000 ਸੀਸੀ, ਮੇਰੇ ਕੋਲ 500 ਸੀਸੀ ਬੁਲਟ ਸੀਗਾ। ਉਹ ਤੁਸੀਂ ਆਲੇ ਦੁਆਲੇ ਨਿਗਾਹ ਮਾਰੋ ਤਾਂ ਸਾਰੇ ਕੋਈ 2000 ਸੀਸੀ ਇਹਦੇ ਵੱਡੇ ਵੱਡੇ ਬਾਈਕ ਖੜੇ ਨੇ। ਜਿੰਨਾ ਚਿਰ ਮੇਰੇ ਕੋਲ 500 ਸੀਸੀ ਸੀਗਾ ਨਾ, ਤੇ ਇਹਨਾਂ ਨੇ ਮੈਨੂੰ ਪਿੱਛੇ ਨਹੀਂ ਛੱਡਿਆ। ਸਹੀ ਗੱਲ ਆ ਇਹ, ਜਾਣੀ ਕਿ ਇੱਕ ਸਿੰਬੋਲਿਕ ਗੱਲ ਆ ਇਹ। ਹੁਣ 110 ਤੇ ਜਾ ਰਹੇ ਆ, ਇਹਨਾਂ ਦੇ ਮੋਟਰਸਾਈਕਲ 180 ਕਰ ਸਕਦੇ ਸੀ। ਮੇਰੇ ਵਰਗੇ ਹੋਰ ਵੀ ਕਈ ਹੁੰਦੇ ਸੀ ਜਿਨ੍ਹਾਂ ਕੋਲ 250 ਸੀਸੀ 350 ਸੀਸੀ ਵਾਲੇ ਸਮਾਲ ਮੋਟਰਸਾਈਕਲ ਹੁੰਦੇ ਸੀ। ਸੋ ਕਲੱਬ ਜਦ ਕਿਤੇ ਵੀ ਜਾਂਦਾ ਨਾ, ਉਹਨੂੰ ਪਿੱਛੇ ਨਹੀਂ ਛੱਡ ਕੇ ਜਾਂਦਾ ਬੰਦੇ ਨੂੰ, ਭਾਵੇਂ ਤੁਹਾਡਾ ਬਾਈਕ ਛੋਟਾ। ਇਹ ਵੀ ਮੈਨੂੰ ਚੀਜ਼ ਬਹੁਤ ਵਧੀਆ ਲੱਗੀ ਸੀ, ਜਿਹਦੇ ਕਰਕੇ ਮੈਂ ਜੁਆਇਨ ਕੀਤਾ। ਆਹ ਮੋਟਰਸਾਈਕਲ ਵੱਡਾ ਮੈਂ ਬਾਅਦ ਚ ਲਿਆ, ਪਹਿਲਾਂ ਮੈਂ 500 ਸੀਸੀ ਵਾਲੀ ਸੀਗਾ। ਹਾਂਜੀ, ਮੇਰੇ ਨਾਲ ਮੌਜੂਦ ਨੇ ਜੀ ਕਲੱਬ ਦੇ ਇੱਕ ਹੋਰ ਮੈਂਬਰ ਅਮਿਤ ਗੌਤਮ ਜੀ। ਆਓ ਉਹਨਾਂ ਕੋਲ ਜਾਣਕਾਰੀ ਲੈਂਦੇ ਆ ਉਹਨਾਂ ਦੇ ਫਿਊਚਰ ਪ੍ਰੋਜੈਕਟਸ ਜਾਂ ਫਿਊਚਰ ਰਾਈਡਸ ਬਾਰੇ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ ਭਾਜੀ ਜਿਹੜੀ ਤੁਸੀਂ ਇੱਕ ਰਾਈਡ ਕਰ ਰਹੇ ਹੋ 3 ਜੂਨ ਨੂੰ, ਉਹਦੇ ਬਾਰੇ ਜਾਣਕਾਰੀ ਦਿਓਗੇ? ਹਾਂਜੀ, ਜਿਹੜੀ 3 ਜੂਨ ਦੀ ਭਾਜੀ ਰਾਈਡ ਹੈ, ਉਹ ਇੱਥੋਂ ਆਪਣੇ ਸਿੱਖ ਵਾਰ ਮੈਮੋਰੀਅਲ ਤੋਂ ਸ਼ੁਰੂ ਹੋ ਕੇ ਕੈਨਬਰਾ ਨੈਸ਼ਨਲ ਵਾਰ ਮੈਮੋਰੀਅਲ ਤੱਕ ਜਾਏਗੀ। ਉਹ ਅਸੀਂ 3 ਜੂਨ ਨੂੰ ਇੱਥੋਂ ਸਵੇਰੇ 9 ਵਜੇ ਚੱਲਾਂਗੇ ਤੇ ਇੱਥੋਂ ਜਾ ਕੇ ਸਿੱਧੇ ਪਹਿਲਾਂ ਅਸੀਂ ਕੈਨਬਰਾ ਗੁਰੂ ਘਰ ਜਾ ਰਹੇ, ਉੱਥੇ ਸੰਗਤ ਨਾਲ ਮਿਲਾਂਗੇ, ਗੱਲਬਾਤ ਕਰਾਂਗੇ। ਸੰਗਤ ਨਾਲ ਮਿਲਣ ਤੋਂ ਬਾਅਦ ਅਸੀਂ ਲਾਸਟ ਪੋਸਟ ਸੈਰਮਨੀ ਲਈ
ਅਸੀਂ 4 ਵਜੇ ਤੋਂ ਪਹਿਲਾਂ ਵਾਰ ਮੈਮੋਰੀਅਲ ਪਹੁੰਚਾਂਗੇ। ਸਾਡੇ ਨਾਲ ਉਸ ਰਾਈਡ ਦੇ ਉੱਪਰ ਮੈਲਬੌਰਨ ਤੋਂ ਸਿੱਖ ਮੋਟਰਸਾਈਕਲ ਕਲੱਬ ਦੇ ਤਕਰੀਬਨ 21 ਮੈਂਬਰ ਜੁਆਇਨ ਕਰ ਰਹੇ ਨੇ। ਇਸ ਤੋਂ ਸਿਡਨੀ ਤੋਂ ਸਾਡੇ ਨਾਲ ਤਕਰੀਬਨ 75 ਕੁ ਮੋਟਰਸਾਈਕਲ ਹੋਣਗੇ, ਜਿਨ੍ਹਾਂ ਦੇ ਵਿੱਚ ਸਾਡੇ ਨਾਲ ਗੋਰਿਆਂ ਦਾ ਕਲੱਬ ਵੀ ਜਾਣਗੇ, ਜਿਨ੍ਹਾਂ ਦੇ ਵਿੱਚੋਂ ਇੱਕ ਰੈਂਚ ਐਂਡ ਪਿਸਟਨ ਸੋਸ਼ਲ ਕਲੱਬ ਹੈ, ਇੱਕ ਮਿਲਟਰੀ ਬ੍ਰਦਰਹੁੱਡ ਹੈ ਜੋ ਕਿ ਰਿਟਾਇਰਡ ਮਿਲਟਰੀ ਆਫੀਸਰ ਦੇ ਕਲੱਬ ਦੇ ਮੈਂਬਰ ਨੇ, ਉਹਨਾਂ ਦੇ ਵਿੱਚੋਂ ਆਉਣਗੇ, ਸਾਡੇ ਨਾਲ ਪਾਰਟਿਸਿਪੇਟ ਕਰਨਗੇ। ਸਾਡੇ ਨਾਲ ਸਾਡੇ ਸਾਰੀਆਂ ਫੈਮਲੀਜ਼ ਜਿਹੜੀਆਂ ਰਾਈਡ ਨਹੀਂ ਕਰ ਰਹੀਆਂ ਉਹ ਕਾਰਾਂ ਦੇ ਵਿੱਚ ਆਉਣਗੀਆਂ, ਅਤੇ ਉਹ ਕਾਰਾਂ ਦੇ ਵਿੱਚ ਜਿਹੜੀਆਂ ਫੈਮਲੀਆਂ ਆ ਰਹੀਆਂ ਨੇ ਉਹ ਸਾਡੇ ਨਾਲ ਜੁਆਇਨ ਕਰ ਰਹੀਆਂ ਨੇ ਅਤੇ ਇਹਨਾਂ ਨੂੰ ਫੈਮਲੀ ਰਾਈਡ ਬਣਾ ਰਹੀਆਂ ਨੇ। ਉਹਨਾਂ ਦੇ ਬਾਰੇ ਜਾਣਕਾਰੀ ਸਾਡੇ ਜਗਪ੍ਰੀਤ ਭਾਜੀ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਤੇ ਜਿਵੇਂ ਅਮਿਤ ਭਾਜੀ ਨੇ ਦੱਸਿਆ ਵਾ, ਅਸੀਂ ਇਸ ਮੋਟਰਸਾਈਕਲ ਕਲੱਬ ਦੇ ਵਿੱਚ ਇਕੱਲੇ ਰਾਈਡਰ ਹੀ ਨਹੀਂ ਬਲਕਿ ਫੈਮਲੀਜ਼ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਲੈ ਕੇ ਤੁਰਦੇ ਹਾਂ। ਤੁਸੀਂ ਇਹੋ ਜਿਹਾ ਕੋਈ ਕਲੱਬ ਨਹੀਂ ਦੇਖਿਆ ਹੋਗਾ ਜਿਸ 'ਚ ਸਾਰੇ ਫੈਮਲੀ ਬੱਚੇ ਸਭ ਮਿਲ ਕੇ ਇੰਜੋਏ ਕਰਦੇ ਨੇ। ਜਿਵੇਂ ਸਾਡੇ ਬ੍ਰਦਰ ਸੀਗੇ ਪਹਿਲਾਂ ਅਮਨ ਭਾਜੀ, ਉਹਨਾਂ ਨੇ ਵੀ ਇਹੀ ਦੱਸਿਆ ਸੀ ਗੱਲ ਕਿ ਅਸੀਂ ਗੁਰੂ ਨਾਨਕ ਦੇਵ ਜੀ ਸਿਧਾਂਤ ਜਿਸ 'ਚ ਪੂਰੇ ਪਰਿਵਾਰ ਨੂੰ ਨਾਲ ਲੈ ਕੇ ਤੁਰਨਾ, ਉਹ ਸਭ ਚੀਜ਼ ਨੂੰ ਫੋਲੋ ਕਰਦੇ ਹਾਂ। ਅਤੇ ਇਹਦੇ ਵਿੱਚ ਇਕੱਲੇ ਵਾਈਫ ਕਿਡਸ ਨਹੀਂ, ਸਾਡੇ ਰੀਸੈਂਟਲੀ ਇੱਕ ਪਿਕਨਿਕ ਵੀ ਹੋਇਆ ਸੀ, ਜਿਸ 'ਚ ਅਸੀਂ ਪੇਰੈਂਟਸ ਲੈ ਕੇ ਆਏ ਸੀ, ਜਿਸ 'ਚ ਉਹਨਾਂ ਨੇ ਵੀ ਬਹੁਤ ਇੰਜੋਏ ਕੀਤਾ। ਇੱਕ ਫੈਮਿਲੀ ਆ, ਜਦੋਂ ਮੈਨੂੰ ਹਲੇ ਵੀ ਯਾਦ ਹੈ ਮੇਰੇ ਫਾਦਰ ਸਾਹਿਬ ਆਏ ਸੀ, ਉਹਨਾਂ ਨੇ ਇੰਨਾ ਇੰਜੋਏ ਕੀਤਾ, ਕਹਿੰਦੇ ਕਿ ਇੱਦਾਂ ਦਾ ਅਸੀਂ ਆਪਣਾ ਹੀ ਇੱਕ ਘਰ ਵਾ ਜਿੱਥੇ ਆਪਣੇ ਹੀ ਚਾਚੇ ਤਾਏ ਸਭ ਮਾਮੇ ਇੱਧਰ ਹੀ ਰਿਸ਼ਤੇ ਬਣਦੇ ਨੇ। ਇਹ ਉਹ ਬ੍ਰਦਰਸ ਨੇ ਮੇਰੇ ਜਿਹੜੇ ਸਾਡੇ ਨਾਲ ਚੱਲਦੇ ਨੇ। ਇੱਦਾਂ ਹੀ ਭੈਣਾਂ ਮੇਰੀਆਂ, ਭਾਬੀਆਂ ਮੇਰੀਆਂ, ਕੁਝ ਲਾਈਕ ਆਈ ਕਾਂਟ ਇਵਨ ਐਕਸਪ੍ਰੈਸ ਮਾਈ ਵਰਡਸ ਟੂ ਸੇ। ਹਾਂਜੀ ਦੋਸਤੋ, ਅਸੀਂ ਫੇਰ ਆ ਚੁੱਕੇ ਹਾਂ ਕਲੱਬ ਦੇ ਫਾਊਂਡਰ ਮਵਲੀਨ ਜੀ ਕੋਲ। ਇਹਨਾਂ ਦੇ ਬਾਈਕ ਦੇਖਦੇ ਹਾਂ, ਬਾਈਕ ਬਹੁਤ ਹੀ ਸੋਹਣਾ ਇਹਨਾਂ ਦਾ। ਇਹਨੂੰ ਅਸੀਂ ਹੁਣ ਮੈਨੂੰ ਨਹੀਂ ਲੱਗਦਾ ਕੀ ਕਹੀਏ, ਚਿੱਟੀ ਘੋੜੀ ਕਹੀਏ, ਚਿੱਟਾ ਝੋਟਾ ਕਹੀਏ, ਕੀ ਕਹੀਏ ਇਹਨੂੰ। ਆਓ ਉਹਨਾਂ ਤੋਂ ਪੁੱਛਦੇ ਹਾਂ ਵੀ ਇਹ ਬਾਈਕ ਕਿਹੜਾ ਹੈ, ਇਹਦੇ 'ਚ ਪਾਵਰ ਕਿੰਨੀ ਹੈ। ਭਾਜੀ ਸਭ ਤੋਂ ਪਹਿਲਾਂ ਤਾਂ ਮੈਨੂੰ ਬਾਈਕ ਬਾਰੇ ਦੱਸੋ, ਬਹੁਤ ਕਿਉਰਿਓਸਿਟੀ ਮੈਨੂੰ, ਇਹ 'ਚ ਪਾਵਰ ਕਿੰਨੀ ਹੈ, ਕਿਹੜੀ ਕੰਪਨੀ ਦਾ ਬਾਈਕ ਹੈ। ਸ਼ੋਰ ਭਾਜੀ ਇੱਕ ਨਾ ਹਾਰਲੇ ਡੇਵਿਡਸਨ ਦੀ ਇੱਕ ਲੈਜੈਂਡਰੀ ਬਾਈਕ ਹੈ ਜਿਹਨੂੰ ਕਹਿੰਦੇ ਆ ਫੈਟ ਬॉय। ਓਕੇ। ਤੇ ਇਹ ਬੇਸਿਕਲੀ ਟਰਮੀਨੇਟਰ ਜਿੰਨੇ ਵੀ ਦੇਖੀ ਹੋਏਗੀ ਆਰਨੋਲਡ ਨੇ ਚਲਾਈ ਸੀ, ਉਹ ਬਾਈਕ ਸੀ ਫੈਟ ਬॉय। ਤੇ ਉਹ ਦਿਨ ਦਾ ਮੇਰਾ ਸੁਪਨਾ ਸੀ ਕਿ ਕਿਸ ਦਿਨ ਮੈਂ ਫੈਟ ਬॉय ਓਨ ਕਰਾਂਗਾ, ਬਟ ਇਹ ਬੜੀ ਕਸਟਮਾਈਜ਼ਡ ਮੋਡੀਫਾਈਡ ਬਾਈਕ ਆ। ਤੇ ਇਹਦੇ 'ਚ ਮੈਂ ਕਾਫੀ ਕੁਝ ਚੇਂਜਸ ਕਰਾਇਆ। ਬਲੈਕ ਕਲਰ ਦੀ ਹੁੰਦੀ ਸੀ ਤੇ ਕੋਈ ਸੈਡਲ ਬੈਗਸ ਨਹੀਂ ਹੁੰਦੇ ਸੀ, ਤੇ ਮੈਂ ਆਲਮੋਸਟ 15-20 ਹਜ਼ਾਰ ਡਾਲਰ ਲਾਤਾ ਸੀ ਉਹਦੇ ਉੱਤੇ, ਠੀਕ ਹੈ। ਤੇ ਮੌਰਗੇਜ ਵੀ ਵੱਧ ਗਿਆ ਸੀ ਥੋੜਾ ਜਿਹਾ, ਬਟ ਇਹ ਮੇਨ ਗੱਲ ਹੈ ਜਿਹੜਾ ਤੁਸੀਂ ਬਾਅਦ 'ਚ ਦੱਸ ਰਹੇ ਹੋ। ਹਾਂ, ਤੇ ਹਾਂ ਫੈਟ ਬॉय ਕਹਿੰਦੇ ਬਾਈ, ਮੈਂ ਇਹਨੂੰ ਫੈਟ ਕਿੰਗ ਬਣਾਤਾ ਬਸ। ਵੈਰੀ ਗੁੱਡ। ਤੇ ਭਾਜੀ ਜਿਹੜਾ ਤੁਸੀਂ ਅੱਜ KH ਬ੍ਰਦਰਸ ਵੱਲੋਂ ਤੁਹਾਡਾ ਇੰਟਰਵਿਊ ਲਿਆ ਗਿਆ, ਤੁਹਾਨੂੰ ਇੰਟਰੈਕਟ ਕੀਤਾ ਗਿਆ, ਇਹਨਾਂ ਨਾਲ ਤੁਹਾਡੀ ਸਾਂਝ ਕਿੱਦਾਂ ਬਣੀ? KH ਬ੍ਰਦਰਸ ਨਾਲ ਤੁਹਾਡੀ ਸਾਂਝ ਕਿੱਦਾਂ ਬਣੀ ਹੈ, ਇਹਦੇ ਬਾਰੇ ਥੋੜਾ ਜਾਣਨਾ ਪਾਓਗੇ? ਹਾਂਜੀ ਭਾਈ ਇਹ ਸਾਡੇ ਮੈਂਬਰ ਹੈਗੇ ਆ ਰੂਪ ਸਿੰਘ ਜੀ। ਇਹਨਾਂ ਦੀ ਕਾਫੀ ਮਤਲਬ KH ਬ੍ਰਦਰਸ ਦੇ ਆਪਣੇ ਹਰਜੋਤ ਸਿੰਘ ਭਾਈ ਜਿਹੜੇ ਹੈਗੇ ਆ ਫਾਊਂਡਰ, ਉਹਨਾਂ ਨਾਲ ਕਾਫੀ ਪ੍ਰੇਮ ਸੀ ਤੇ ਉਹਨਾਂ ਨੇ ਇੰਟਰੋਡਿਊਸ ਕਰਾਇਆ ਕਲੱਬ ਦੇ ਨਾਲ। ਤੇ ਹਰਜੋਤ ਭਾਈ ਜਦੋਂ ਆਏ, ਕਲੱਬ ਦੇ ਵਿਜ਼ਨ ਬਾਰੇ ਉਹਨਾਂ ਨੇ ਪੁੱਛਿਆ ਸਾਨੂੰ, ਤੇ ਹੀ ਵਾਸ ਵੈਰੀ ਇੰਪ੍ਰੈਸਡ। ਤੇ ਅਸੀਂ ਵੀ ਤੁਹਾਡਾ ਕੰਮ ਦੇਖਿਆ KH ਬ੍ਰਦਰਸ ਜਿਹੜੇ ਪ੍ਰੋਡਕਸ਼ਨਸ ਦੀ ਜਿਹੜੀ ਮੂਵੀਜ਼ ਆਉਂਦੀ ਹੈ, ਜਿਹੜੀ ਤੁਸੀਂ ਕਮਿਊਨਿਟੀ ਦੇ ਉੱਤੇ ਮੂਵੀਜ਼ ਬਣਾਉਂਦੇ ਹੋ, ਵੀ ਵਰ ਆਲਸੋ ਵੈਰੀ ਇੱਕ ਤਰੀਕੇ ਨਾਲ ਰੈਜ਼ੋਨੇਟ ਕਰਦੇ ਸੀ ਦੋਨੋਂ ਦੇ ਵਿਜ਼ਨ, ਹੈ ਨਾ। ਤੇ ਇਸ ਕਰਕੇ ਦਿਸ ਇਜ਼ ਹਾਊ ਵੀ ਕੋਲੈਬੋਰੇਟਡ। ਤੇ ਅੱਜ ਤੁਸੀਂ ਆਏ ਹੋ, ਬੜੀ ਮਾਣ ਵਾਲੀ ਗੱਲ ਹੈ, ਤੇ ਥੈਂਕ ਯੂ ਹੈ ਤੁਹਾਡਾ ਜੀ ਕਿ ਤੁਸੀਂ ਅੱਜ ਇੰਟਰਵਿਊ ਲੈਣ ਆਏ। ਬਹੁਤ ਵਧੀਆ ਜੀ। ਇੱਕ ਕੁਐਸਚਨ ਮੇਰਾ ਰਹਿ ਗਿਆ, ਬਹੁਤ ਮੈਨੂੰ ਵੀ ਉਤਸੁਕਤਾ ਸੀਗੀ ਜਾਣਨ ਦੀ। ਆ ਜਿਹੜੇ ਬੈਜਿਸ ਲੱਗੇ ਹੋਏ ਨੇ ਤੁਹਾਡੀ ਜੈਕਟ ਦੇ, ਕਾਫੀ ਬੈਜਿਸ ਲੱਗੇ ਨੇ, ਇਹ ਤੁਸੀਂ ਇਹਦਾ ਕੋਈ ਮਤਲਬ ਹੈ ਜਾਂ ਇਹ ਸਾਰਿਆਂ ਨੇ ਮੇਰੇ ਕੋਲ ਸੇਮ ਹੀ ਲਗਾਏ ਹੋਏ ਨੇ, ਕੋਈ ਦਾ ਇੰਡੀਵਿਜੂਅਲੀ ਦਾ ਮਤਲਬ ਹੈ ਜਾਂ ਇਹ ਬਸ ਪਾਰਟ ਆਫ ਤੁਹਾਡੀ ਯੂਨੀਫਾਰਮ ਹੈ? ਨਹੀਂ ਭਾਜੀ, ਹਰ ਬੈਜ ਹਰ ਪੈਚ ਦਾ ਇੱਕ ਮੀਨਿੰਗ ਆ ਤੇ ਇੰਪੋਰਟੈਂਸ ਵੀ ਆ। ਮੈਂ ਸ਼ੁਰੂਆਤ ਕਰਦਾ ਜੀ, ਇਹ ਸਭ ਤੋਂ ਰੀਸੈਂਟ ਪੈਚ ਹੈ ਸਾਡਾ ਟਰਬਨਡ ਹੀਰੋਜ਼ ਰਾਈਡ, ਜਿਹੜੀ ਆਪਾਂ 26 ਮਾਰਚ ਨੂੰ ਕੀਤੀ ਸੀ ਗ੍ਰੇਗਮ ਕੈਫੇ। ਤੇ ਉਹ ਬੇਸਿਕਲੀ ਅਵੇਅਰਨੈਸ ਕ੍ਰੀਏਟ ਕਰਨ ਲਈ ਸੀਗੀ ਸਿੱਖਾਂ ਦੀ ਕੁਰਬਾਨੀਆਂ ਬਾਰੇ, ਵਰਲਡ ਵਾਰ 1 'ਚ, ਵਰਲਡ ਵਾਰ 2 'ਚ, ਬੈਟਲ ਆਫ ਸਾਰਾਗੜੀ, ਤੇ ਸਪੈਸ਼ਲੀ ਗਲੀਪਲੀ ਕੈਂਪੇਨ ਜਿਹੜੇ ਸਾਡੇ ਲੋਕਲਸ ਨੂੰ ਪਤਾ ਨਹੀਂ ਸੀ। ਉਹਦੇ 'ਚ ਕਾਫੀ ਲੋਕਲ ਕਲੱਬਸ ਆਏ ਸੀ, ਉਹਨਾਂ ਨੂੰ ਇਹਦੇ ਬਾਰੇ ਦੱਸਿਆ। ਤੇ ਇਹ ਜਿਹੜੇ ਪੈਚਸ ਹੁੰਦੇ ਆ ਨਾ, ਇਹ ਮੋਟਰਸਾਈਕਲ ਕਲੱਬਸ 'ਚ ਇੱਕ ਬੜੀ ਸਿੰਬੋਲਿਕ ਚੀਜ਼ ਹੁੰਦੀ ਆ। ਤੇ ਜਿਵੇਂ ਫੋਰ ਐਗਜ਼ਾਮਪਲ ਤੁਸੀਂ ਕੋਈ ਵੀ ਚੀਜ਼ ਕਰਦੇ ਹੋ, ਉਹਦੀ ਇੱਕ ਨਿਸ਼ਾਨੀ ਆ। ਤੇ ਦਿਸ ਇਜ਼ ਹਾਊ ਇਟ ਇਜ਼। ਸਾਡੀ ਤੁਸੀਂ ਕਲੱਬ ਦੀ ਜਿਹੜੀ ਯੂਨੀਫਾਰਮ ਆ, ਜਿਹੜੀ ਸਾਰਿਆਂ ਨੂੰ ਮਿਲਦੀ ਆ, ਉਹਦੇ 'ਚ 5 ਚੀਜ਼ਾਂ ਤੇ ਲਿਖੀਆਂ ਹੀ ਹੋਈਆਂ, ਤੇ ਉਹ 5 ਚੀਜ਼ਾਂ 'ਚ ਨਾ ਕਾਫੀ ਕੁਝ ਇਨਫੋਰਮੇਸ਼ਨ ਤੁਹਾਨੂੰ ਵੈਸੇ ਹੀ ਮਿਲ ਜਾਂਦੀ। ਫੋਰ ਐਗਜ਼ਾਮਪਲ ਨਿਰਭਉ, ਨਿਰਵੈਰ, ਹੈ ਨਾ। ਨਿਰਭਉ ਮਤਲਬ ਜੇ ਤੁਸੀਂ ਸੱਚੇ ਹੋ ਤੇ ਤੁਹਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਆ। ਨਿਰਵੈਰ, ਅਸੀਂ ਕੋਈ ਪੱਖਪਾਤ ਨਹੀਂ ਆ, ਕਿਸੇ ਦਾ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਕਰਦੇ, ਕਿਸੇ ਨਾਲ ਵੈਰ ਨਹੀਂ ਹੈ ਸਾਡਾ, ਹੈ ਨਾ। ਤੇ ਸਾਡੇ ਕਲੱਬ ਦੇ ਵਿੱਚ ਹਿੰਦੂ ਵੀ ਆ, ਮੁਸਲਿਮ ਵੀ ਆ, ਕ੍ਰਿਸਚਨਸ ਵੀ ਆ, ਤੇ ਸਿੱਖ ਵੀ ਆ। ਉਸ ਤੋਂ ਇਲਾਵਾ ਸਰਬਤ ਦਾ ਭਲਾ, ਜਿਵੇਂ ਸਾਡੀ ਟੀ-ਸ਼ਰਟ 'ਤੇ ਲਿਖਿਆ ਹੋਇਆ, ਹੈ ਨਾ, ਬਲੈਸਿੰਗਸ ਫॉर एवरीवन। ਇਹ ਕਿੰਨੀ ਵੱਡੀ ਗੱਲ ਹੈ। ਚੜ੍ਹਦੀ ਕਲਾ, ਭਾਵੇਂ ਤੁਹਾਡੀ ਪਰਸਨਲ ਲਾਈਫ ਜਾਂ ਪ੍ਰੋਫੈਸ਼ਨਲ ਲਾਈਫ 'ਚ ਕੁਝ ਵੀ ਹੋ ਰਿਹਾ ਹੋਏ, ਜਦੋਂ ਤੁਸੀਂ ਇਹਦੇ ਕਲੱਬ ਦੇ ਅੰਦਰ ਆਉਂਦੇ ਹੋ ਜਾਂ ਕਿਸੇ ਨੂੰ ਮਿਲਦੇ ਹੋ, ਆਲਵੇਜ਼ ਬੀ ਇਨ ਹਾਈ ਸਪਿਰਿਟਸ।
ਇਹ ਬੜੀ ਵੱਡੀ ਚੀਜ਼ ਹੈ ਭਾਜੀ। ਤੇ ਉਸ ਤੋਂ ਇਲਾਵਾ ਇਹ ਸਿੱਖ ਐਨਜ਼ੈਕ ਵਾਰ ਮੈਮੋਰੀਅਲ ਬੈਜ ਹੈਗਾ, ਜਿਹੜਾ ਆਪਾਂ ਲਾਸਟ ਈਅਰ ਰਾਈਡ ਕੀਤੀ ਸੀ, ਤੇ ਇਹ ਸਾਡੇ ਲਈ ਇੱਕ ਹਿਸਟੋਰੀਕਲ ਸਿੰਬੋਲਿਕ ਰਾਈਡ ਬਣ ਗਈ ਹੈ। ਤੇ ਅਸੀਂ ਪਲੈਜ ਕੀਤਾ ਸੀ ਕਿ ਐਵਰੀ ਈਅਰ ਅਸੀਂ ਇਹ ਰਾਈਡ ਕਰਾਂਗੇ। ਤੇ ਅਗੇਨ ਸਿੱਖ ਵਾਰ ਮੈਮੋਰੀਅਲ ਜਿਹੜਾ ਸਦਰਨ ਹੈਮਿਸਫੇਅਰ ਦਾ ਪਹਿਲਾ ਬਣਿਆ, ਇੱਕ ਬੜੀ ਵੱਡੀ ਗੱਲ ਹੋ ਗਈ ਸਾਡੇ ਲਈ। ਤੇ ਇੱਥੋਂ ਹੀ ਆਪਾਂ ਹਰ ਸਾਲ ਸ਼ੁਰੂ ਕਰਿਆ ਕਰਾਂਗੇ 4 ਜੂਨ ਨੂੰ ਅਪਰੋਕਸੀਮੇਟਲੀ, ਜਦੋਂ ਜੋ ਵੀ ਵੀਕਐਂਡ ਆਉਂਦਾ 4 ਜੂਨ ਦੇ ਨੇੜੇ ਤੇੜੇ, 4 ਜੂਨ ਨੂੰ ਸਿੱਧਾ ਕੈਨਬਰਾ ਵਾਰ ਮੈਮੋਰੀਅਲ। ਇੱਦਾਂ ਹੀ ਸਾਰੇ ਹੋਰ ਵੀ ਬੈਜਸ ਹੈਗੇ ਜੀ, ਕਾਫੀ ਬੈਜਸ ਹੈਗੇ। ਹੁਣ ਜਿਵੇਂ ਇੱਕ ਆਪਾਂ ਮਾਈਲਸ ਪੈਚਸ ਬਣਾਏ ਸੀ ਰਾਈਡਰਸ ਨੂੰ ਮੋਟੀਵੇਟ ਕਰਨ ਲਈ। ਫੋਰ ਐਗਜ਼ਾਮਪਲ ਜਿਹੜੀ ਸਾਡੀ ਰਾਈਡ ਹੋਈ ਸੀ 골ਡ ਕੋਸਟ, ਆਪਾਂ ਆਲਮੋਸਟ 1500 ਮਾਈਲ ਪੂਰੇ ਕੀਤੇ ਸੀ ਉਹਦੇ 'ਚ। ਤੇ ਜਿਹੜਾ ਰਾਈਡਰ 1500 ਮਾਈਲ ਕਰਦਾ ਉਹਨੂੰ ਇਹ ਮਾਈਲਸ ਪੈਚਸ ਮਿਲਦੇ ਆ ਟੂ ਮੋਟੀਵੇਟ them ਕਿ ਤੁਸੀਂ ਇਹ ਇੱਕ ਅਚੀਵਮੈਂਟ ਆ, ਮੋਟਰਸਾਈਕਲ ਦੇ ਉੱਤੇ ਤੁਸੀਂ 1500 ਮਾਈਲ ਯਾਨੀ ਕਿ ਆਲਮੋਸਟ 2300-2400 ਕਿਲੋਮੀਟਰ ਤੁਸੀਂ ਕੀਤੇ ਆ ਇੱਕ ਰਾਈਡ 'ਚ। ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਇਹਨਾਂ ਨੇ ਮਵਲੀਨ ਜੀ ਨੇ। ਦੇਖੋ ਜੀ, ਅੱਜ ਦੀ ਡੇਟ 'ਚ ਆਏ ਹੋਏ ਮੋਟਰਸਾਈਕਲ ਰੱਖਣੇ ਸੰਭਾਲਣੇ ਬਹੁਤ ਔਖੇ ਨੇ। ਪੁਰਾਣੀ ਇੱਕ ਕਹਾਵਤ ਹੁੰਦੀ ਸੀ ਕਿ ਸਿੰਘ ਉੱਡ ਗਏ, ਉਹ ਘੋੜਿਆਂ ਤੇ ਬਹਿ ਕੇ ਪਿੱਛੇ ਰਹਿ ਗਈ ਧੂੜ ਉੱਡ ਗਈ। ਆਹ ਮੋਟਰਸਾਈਕਲ ਵੀ, ਆਹ ਘੋੜੇ ਵੀ ਧੂੜ ਉਡਾਉਂਦੇ ਨੇ, ਪਰ ਇਹ ਮਾਡਰਨ ਘੋੜੇ ਨੇ, ਲੋਹੇ ਦੇ ਘੋੜੇ ਨੇ। ਇਹਨਾਂ ਦੀਆਂ ਖੁਰਿਆਂ ਨਹੀਂ ਬਦਲਣੀਆਂ ਪੈਂਦੀਆਂ, ਇਹਨਾਂ ਦੇ ਮੋਬਿਲ ਆਇਲ ਬਦਲਣੇ ਪੈਂਦੇ ਨੇ। ਇਹ ਚਾਰਾ ਨਹੀਂ ਖਾਂਦੇ, ਇਹ ਤੇਲ ਬਹੁਤ ਪੀਂਦੇ ਨੇ। ਐਮ ਆਈ ਕਰੈਕਟ? ਠੀਕ ਹੈ ਨਾ। ਅੱਜ ਦੀ ਭੱਜ ਦੌੜ ਦੀ ਵਾਲੀ ਜ਼ਿੰਦਗੀ 'ਚ ਵੀ ਇੱਦਾਂ ਦੇ ਸ਼ੌਂਕ ਪਾਲਣੇ ਬਹੁਤ ਔਖੇ ਨੇ। ਅਸੀਂ ਵੈਸੇ ਜੇ ਇੱਕ ਮੈਂ ਤੱਥ ਕੱਢਿਆ ਵੀ ਅੱਜ ਦੀ ਡੇਟ 'ਚ ਤੇ ਇੱਕ WhatsApp ਗਰੁੱਪ ਚਲਾਉਣਾ ਹੀ ਬਹੁਤ ਔਖਾ ਹੈ, ਤੇ ਤੁਸੀਂ ਇੱਕ ਏਡਾ ਵੱਡਾ ਗਰੁੱਪ ਚਲਾ ਰਹੇ ਹੋ, ਤੁਸੀਂ ਵਧਾਈ ਦੇ ਪਾਤਰ ਹੋ। 50+ ਆਫੀਸ਼ੀਅਲ ਮੈਂਬਰਸ, ਹਾਂਜੀ, ਤੇ 200 ਤੋਂ ਪਲੱਸ ਤੁਹਾਡੇ ਅਨਆਫੀਸ਼ੀਅਲ ਮੈਂਬਰ ਜਿਹੜੇ ਵੇਟਿੰਗ ਲਿਸਟ ਨੇ, ਕਿਉਂਕਿ ਇੱਕ ਲੰਬਾ ਪ੍ਰੋਸੀਜਰ ਹੈ, ਇੱਕ ਪ੍ਰੋਟੋਕਾਲ ਹੈ। 3 ਤੋਂ 6 ਮਹੀਨੇ ਲੱਗਦੇ ਨੇ ਕਲੱਬ ਜੁਆਇਨ ਕਰਨ ਲਈ, ਜੋ ਕਿ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ। ਇੱਦਾਂ ਹੀ ਕਮਿਊਨਿਟੀ ਵਰਕ ਕਰਦੇ ਰਹੋ। ਤੁਸੀਂ ਥੋੜ੍ਹੇ ਸਮੇਂ 'ਚ ਆਪਣੀ ਇੱਕ ਬਹੁਤ ਵੱਡੀ ਪਹਿਚਾਣ ਬਣਾਈ ਹੈ। ਤੁਸੀਂ ਸਾਰੇ ਵਧਾਈ ਦੇ ਪਾਤਰ ਹੋ। ਮੇਰੇ ਦਿਲ 'ਚ, ਮੈਂ ਤੁਹਾਨੂੰ ਪਹਿਲੀ ਵਾਰੀ ਮਿਲਿਆ ਸੀ, ਪਰ ਮੇਰੇ ਦਿਲ 'ਚ ਤੁਹਾਡੇ ਸਾਰਿਆਂ ਲਈ ਰਿਸਪੈਕਟ 10 ਗੁਣਾ ਜ਼ਿਆਦਾ ਵੱਧ ਗਈ ਹੈ। ਕਿਉਂਕਿ ਜਦੋਂ ਮੋਟਰਸਾਈਕਲ ਗਰੁੱਪ ਦਾ ਇੱਕ ਨਾਮ ਤੁਹਾਡੇ ਮਨ 'ਚ ਆਉਂਦਾ, ਬਹੁਤ ਸਾਰੇ ਗਲਤ ਖਿਆਲ ਵੀ ਆਉਂਦੇ ਨੇ, ਪਰ ਤੁਹਾਡੇ ਨਾਲ ਮਿਲ ਕੇ ਅੱਜ ਬਹੁਤ ਵਧੀਆ ਲੱਗਾ। ਨਵੀਂ ਜਾਣਕਾਰੀ ਮੈਨੂੰ ਮਿਲੀ ਹੈ। ਜਿਹਦੇ ਤੁਸੀਂ ਵੀ ਕਲੱਬ ਬਾਰੇ ਹੋਰ ਜਾਣਕਾਰੀ ਜਾਣਨਾ ਚਾਹੁੰਦੇ, ਇਹਨਾਂ ਦੇ ਆਫੀਸ਼ੀਅਲ ਫੇਸਬੁੱਕ ਪੇਜ 'ਤੇ ਜਾ ਸਕਦੇ ਹੋ, ਇੰਸਟਾਗ੍ਰਾਮ ਚੈੱਕ ਕਰ ਸਕਦੇ ਹੋ, ਟਿਕਟੌਕ 'ਤੇ ਵੀਡੀਓਜ਼ ਚੈੱਕ ਕਰ ਸਕਦੇ ਹੋ। ਇਹਨਾਂ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਜੇ ਤੁਸੀਂ ਕਲੱਬ ਨੂੰ ਜੁਆਇਨ ਕਰਨਾ ਚਾਹੁੰਦੇ ਹੋ। ਇੱਥੇ ਹੀ ਆਪਾਂ ਸਮਾਪਤ ਕਰਦੇ ਹਾਂ KH ਬ੍ਰਦਰਸ ਵੱਲੋਂ। ਥੈਂਕ ਯੂ ਵੈਰੀ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।